जैन साहब की नवा लैके आए हो फिर कनेडा तो एक्टिव तुम 15-20 दिन लाए हो। हाँ जी। इस वारी कੈਨੇਡਾ ਦੇ ਅੰਦਰ ਕੈਨੇਡਾ ਤੋਂ ਕਾਫੀ ਨਵੀਆਂ ਚੀਜ਼ਾਂ ਆਈਆਂ ਹੈਗੀਆਂ। ਸਟੱਡੀ ਵੀਜ਼ਾ ਤਾਂ ਚਲੋ ਹਮੇਸ਼ਾ ਤੋਂ ਹੈਗਾ ਹੀ ਸੀਗਾ, ਪਰ ਜਿਹੜੀ ਖਾਸ ਗੱਲ ਆ ਉਹ ਇਹ ਹੈ ਕਿ +2 ਪਾਸ ਸਟੂਡੈਂਟ ਜਿਹਦੀ ਸਟੱਡੀ ਦੇ ਵਿੱਚ ਗੈਪ ਆ ਉਹ ਡਾਇਰੈਕਟਲੀ ਆਪਣੀ PR ਅਪਲਾਈ ਕਰ ਸਕਦਾ ਹੈ। ਕਈਆਂ ਨੂੰ ਇਸ ਗੱਲ ਤੇ ਯਕੀਨ ਹੋ ਸਕਦਾ ਘੱਟ ਹੋਵੇ, ਕਈ ਕਹਿਣਗੇ ਕਿ +2 ਵਾਲਾ ਕਿਵੇਂ PR ਅਪਲਾਈ ਕਰ ਦੂਗਾ, ਪਰ ਇਸ ਬਿਲਕੁਲ 100% ਪੋਸੀਬਲ ਹੈ। ਜੇ ਉਹਦੀ ਸਟੱਡੀ ਦੇ ਵਿੱਚ ਗੈਪ 5-7 ਸਾਲ ਦਾ ਹੈ ਜਾਂ ਕੋਈ ਗ੍ਰੈਜੂਏਟ ਆ ਉਹਦੀ ਸਟੱਡੀ ਦੇ ਵਿੱਚ ਗੈਪ 5-7 ਸਾਲ ਦਾ ਹੈ ਤਾਂ ਉਹ ਵੀ ਡਾਇਰੈਕਟਲੀ PR ਅਪਲਾਈ ਕਰ ਸਕਦਾ, ਕੋਈ ਪ੍ਰੋਬਲਮ। ਜੇ ਕੋਈ ਆਸਟ੍ਰੇਲੀਆ ਤੋਂ ਰਿਫਿਊਜ਼ ਆ, ਤੁਸੀਂ ਮੈਨੂੰ ਗੱਲ ਪੁੱਛੀ, ਅਮਰੀਕਾ ਤੋਂ ਰਿਫਿਊਜ਼ ਆ, ਕਿਤੋਂ ਵੀ ਰਿਫਿਊਜ਼ ਆ, ਡਜ਼ਨਟ ਮੈਟਰ, UK ਤੋਂ ਰਿਫਿਊਜ਼ ਆ, ਕੋਈ ਪ੍ਰੋਬਲਮ ਨਹੀਂ, ਉਹ ਵੀ ਇਹਦੇ ਵਿੱਚ ਅਪਲਾਈ ਕਰ ਸਕਦਾ। ਸਮਾਂ ਕਿੰਨਾ ਕੁ ਲੱਗ ਜਾਂਦਾ ਹੈ? ਮਿਨੀਮਮ 10 ਮਹੀਨੇ, ਵੱਧ ਤੋਂ ਵੱਧ 14 ਮਹੀਨੇ ਦਾ ਸਮਾਂ ਇਹਦੇ ਵਿੱਚ ਲੱਗੂਗਾ, ਤੇ ਇਸ ਤੋਂ ਜ਼ਿਆਦਾ ਸਮਾਂ ਇਹਦੇ ਵਿੱਚ ਲੱਗਦਾ ਨਹੀਂ ਗਾ। ਵਿੱਚ ਕੋਈ ਪੈਸਿਆਂ ਦਾ ਰਿਸਕ ਤਾਂ ਨਹੀਂ ਹੈਗਾ ਨਾ, ਇਹ ਤਾਂ ਹੈ ਨਹੀਂਗਾ ਕਿ ਅਸੀਂ ਕਹੀਏ ਵੀ ਲਿਆਓ ਸਾਨੂੰ 10 ਲੱਖ ਪਹਿਲਾਂ ਦੇ ਦਿਓ, ਸਾਨੂੰ ਇਹ ਕਰ ਦਿਓ, ਕੋਈ ਉਹ ਚੀਜ਼ ਤਾਂ ਹੈ ਨਹੀਂ ਗੀ। ਮੈਂ ਤੱਥਾਂ ਦੇ ਆਧਾਰ 'ਤੇ ਗੱਲ ਕਰ ਰਿਹਾ, ਹਵਾਈ ਗੱਲਾਂ ਨਹੀਂ ਕਰ ਰਿਹਾ। ਜੇ ਕੋਈ ਬੰਦਾ ਮੈਨੂੰ ਪੁੱਛਣ ਆਊਗਾ ਨਾ ਜੀ ਮੈਨੂੰ ਦੱਸੋ ਇਹਦਾ ਤਰੀਕਾ ਕੀ ਹੈ, ਕਿਵੇਂ ਹੈ, ਤਾਂ CIC ਕੈਨੇਡੀਅਨ ਇਮੀਗ੍ਰੇਸ਼ਨ ਦੀ ਵੈਬਸਾਈਟ ਖੋਲ੍ਹ ਕੇ ਸਾਰੀ ਚੀਜ਼ਾਂ ਨੂੰ ਸਾਹਮਣੇ ਸ਼ੋਅ ਕਰ ਸਕਦੇ ਆ। ਕੋਈ ਐਵੇਂ ਹੀ ਨਹੀਂ ਕਿ ਅਫਵਾਹ ਫੈਲਾ ਰਿਹਾ ਕਿ ਡਾਇਰੈਕਟ PR ਨਹੀਂ ਜਾ ਸਕਦਾ, ਇਹੋ ਜਿਹੀ ਕੋਈ ਗੱਲ ਨਹੀਂ, ਬਿਲਕੁਲ ਡੈਫੀਨੇਟਲੀ ਜਾ ਸਕਦਾ। ਦੇਖੋ ਜੇ ਮੇਨ ਐਪਲੀਕੈਂਟ ਹੈ ਜਿਹੜਾ ਉਹਦੀ +2 ਕੀਤੀ ਵੀ ਹੈ ਜਾਂ ਗ੍ਰੈਜੂਏਟ ਹੈ, ਪੜ੍ਹਾਈ ਵਿੱਚ ਗੈਪ ਹੈ ਤੇ ਮੈਰਿਡ ਹੈ, ਪਲੱਸ ਜੇ ਉਹਨਾਂ ਦੇ ਬੱਚੇ ਵੀ ਹੈਗੇ ਆ ਤਾਂ ਉਹਨਾਂ ਦਾ ਵੀ ਜਿਹੜਾ ਇੱਥੋਂ ਵੀਜ਼ਾ ਆਏਗਾ ਉਹ ਪਰਮਾਨੈਂਟ ਰੈਜ਼ੀਡੈਂਸੀ ਦਾ ਹੀ ਆਏਗਾ, ਬਿਲਕੁਲ ਡੈਫੀਨੇਟਲੀ ਜਾ ਸਕਦੇ, ਕੋਈ ਪ੍ਰੋਬਲਮ ਤੇ ਖਰਚਾ ਕਾਫੀ ਆ ਜਾਂਦਾ ਹੋਣਾ ਫਿਰ ਤਾਂ ਇੱਥੇ। ਦੇਖੋ ਕੇਸ ਟੂ ਕੇਸ ਡਿਪੈਂਡ ਕਰਦਾ ਹੈ, ਤੇ ਖਰਚਾ ਓਬਵੀਅਸਲੀ ਠੀਕ ਆ। ਜੇ ਸਟੱਡੀ ਵੀਜ਼ੇ ਤੇ ਵੀ ਲੋਕ 20-20 ਲੱਖ ਰੁਪਈਆ ਲਾਉਂਦੇ ਆ ਤਾਂ ਓਬਵੀਅਸਲੀ ਇਹ ਵੀ ਕੋਈ ਇਹ ਤਾਂ ਹੈ ਨਹੀਂਗਾ ਕਿ ਵੀ 5-7 ਲੱਖ 'ਚ PR ਹੋਊਗੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ F ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਮਾਂਬਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਪਿਛਲੇ ਕਈ ਦਿਨਾਂ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਨੌਜਵਾਨ ਜਾਣਾ ਚਾਹੁੰਦੇ ਤੇ ਕਿਵੇਂ ਸੌਖੇ ਤਰੀਕੇ ਨਾਲ ਜਾ ਸਕਦੇ ਆ, ਉਹਨੂੰ ਲੈ ਕੇ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ। ਤੇ ਉਸੇ ਸੀਰੀਜ਼ ਦੇ ਅਗਲੇ ਪੜਾਅ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜੈਨ ਇੰਟਰਨੈਸ਼ਨਲ ਜੋ ਇਮੀਗ੍ਰੇਸ਼ਨ ਸੈਂਟਰ ਹੈ, ਫਰੀਦਕੋਟ ਹੈ। ਨਵਨੀਤ ਜੈਨ ਜੀ MD ਹੈ ਇਹਨਾਂ ਦੇ, ਤੇ ਹੁਣੇ ਕੈਨੇਡਾ ਤੋਂ ਜਾ ਕੇ ਆਏ ਹੈ। ਵੱਡੀ ਗੱਲ ਇਹ ਹੈ ਵੀ ਇਹ ਕੈਨੇਡਾ ਉੱਥੇ ਦੇਖ ਕੇ ਆਏ ਆ ਵੀ ਬੱਚਿਆਂ ਨੂੰ ਕੀ ਪ੍ਰੋਬਲਮਸ ਆ ਰਹੀਆਂ, ਕਿਵੇਂ ਬੱਚੇ ਈਜ਼ੀ ਜਾ ਸਕਦੇ ਆ, ਉਸੇ ਸਾਰਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਜੈਨ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਆਏ ਅੱਜ। ਜੈਨ ਸਾਹਿਬ ਕੀ ਨਵਾਂ ਲੈ ਕੇ ਆਏ ਹੋ ਫਿਰ ਕੈਨੇਡਾ ਤੋਂ? ਇਸ ਵਾਰੀ ਕੈਨੇਡਾ ਦੇ ਅੰਦਰ ਕੈਨੇਡਾ ਤੋਂ ਕਾਫੀ ਨਵੀਆਂ ਚੀਜ਼ਾਂ ਆਈਆਂ ਹੈਗੀਆਂ। ਸਟੱਡੀ ਵੀਜ਼ਾ ਤਾਂ ਚਲੋ ਹਮੇਸ਼ਾ ਤੋਂ ਹੈਗਾ ਹੀ ਸੀਗਾ, ਪਰ ਜਿਹੜੀ ਖਾਸ ਗੱਲ ਆ ਉਹ ਇਹ ਹੈ ਕਿ +2 ਪਾਸ ਸਟੂਡੈਂਟ ਜਿਹਦੀ ਸਟੱਡੀ ਦੇ ਵਿੱਚ ਗੈਪ ਆ ਉਹ ਡਾਇਰੈਕਟਲੀ ਆਪਣੀ PR ਅਪਲਾਈ ਕਰ ਸਕਦਾ ਇੱਥੋਂ। ਕਈਆਂ ਨੂੰ ਇਸ ਗੱਲ ਤੇ ਯਕੀਨ ਹੋ ਸਕਦਾ ਘੱਟ ਹੋਵੇ, ਕਈ ਕਹਿਣਗੇ ਕਿ +2 ਵਾਲਾ ਕਿਵੇਂ PR ਅਪਲਾਈ ਕਰ ਦੂਗਾ, ਪਰ ਇਸ ਬਿਲਕੁਲ 100% ਪੋਸੀਬਲ ਹੈ। ਜੇ ਉਹਦੀ ਸਟੱਡੀ ਦੇ ਵਿੱਚ ਗੈਪ 5-7 ਸਾਲ ਦਾ ਹੈਗਾ ਜਾਂ ਕੋਈ ਗ੍ਰੈਜੂਏਟ ਆ ਉਹਦੀ ਸਟੱਡੀ ਦੇ ਵਿੱਚ ਗੈਪ 5-7 ਸਾਲ ਦਾ ਹੈਗਾ ਤਾਂ ਉਹ ਵੀ ਡਾਇਰੈਕਟਲੀ PR ਅਪਲਾਈ ਕਰ ਸਕਦਾ, ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ। ਅੱਜ ਆਪਾਂ PR ਦੀ ਗੱਲ ਕਰਦੇ ਹਾਂ ਕਿਉਂਕਿ ਜ਼ਿਆਦਾਤਰ ਨੌਜਵਾਨਾਂ ਦਾ ਰੁਝਾਨ ਉਧਰ PR ਦਾ ਹੁੰਦਾ ਵੀ ਸਟੱਡੀ ਬੇਸ ਤੇ ਤਾਂ ਜਾਂਦੇ ਹੀ ਆ ਬੱਚੇ, ਹੈ ਨਾ, ਵਰਕ ਪਰਮਿਟ ਤੇ ਵੀ ਹੈਗੇ ਆ। PR ਦੀ ਗੱਲ ਕਰਾਂਗੇ ਆਪਾਂ। ਤੁਸੀਂ PR ਬਾਰੇ ਉੱਥੇ ਦੇਖ ਕੇ ਆਏ ਹੋ, ਸਾਰਾ ਮਾਹੌਲ ਕਿਹੋ ਜਿਹਾ ਹੈ, ਕਿਵੇਂ ਬੱਚੇ ਈਜ਼ੀਲੀ ਉਹਦੇ ਸੈਟਿੰਗ ਹੋ ਸਕਦੀ ਹੈ। ਪਹਿਲਾ ਸਵਾਲ ਤਾਂ ਇਹੀ ਹੈ ਵੀ ਕੀ +2 ਪਾਸ ਬੱਚੇ ਜਿਹਨੇ ਰਿਫਿਊਜ਼ਲ ਹੈ ਅਮਰੀਕਾ ਕੈਨੇਡਾ ਦੀ ਜਾਂ ਕੈਨੇਡਾ ਦੀ ਗੱਲ ਹੀ ਕਰ ਲਈਏ, ਕੀ ਉਹ ਜਾ ਸਕਦੇ ਆ? ਬਿਲਕੁਲ 100% ਜਾ ਸਕਦੇ ਆ। ਜੇ ਰਿਫਿਊਜ਼ਲ ਹੈਗੀ ਹੈ ਕੋਈ ਤਾਂ ਉਹਨਾਂ ਦੇ ਪ੍ਰੀਵੀਅਸ ਡਾਕੂਮੈਂਟਸ ਇੱਕ ਵਾਰੀ ਵੇਖ ਲਾਂਗੇ ਕਿ ਜਿਹੜੀ SOP ਵਗੈਰਾ ਲਿਖੀ ਗਈ ਹੈ ਉਹਦੇ ਵਿੱਚ ਕੀ ਕਿਹਾ ਗਿਆ, ਕੀ ਨਹੀਂ ਕਿਹਾ ਗਿਆ। 99% ਚਾਂਸਸ ਇਹ ਹੈ ਕਿ ਉਹਨਾਂ ਦੇ ਵੀਜ਼ੇ ਨਿਕਲ ਜਾਣਗੇ, ਤੇ ਇਹਦੇ ਵਿੱਚ ਕੋਈ ਬਹੁਤ ਲੰਬਾ ਸਮਾਂ ਵੇਟ ਕਰਨ ਦੀ ਜ਼ਰੂਰਤ ਨਹੀਂ ਕਿ ਵੀਜ਼ੇ ਨੂੰ ਦੇਖਦੇ ਰਵਾਂਗੇ, ਪਤਾ ਚੱਲੂਗਾ। ਬਹੁਤ ਜਲਦੀ ਪਤਾ ਲੱਗ ਜਾਂਦਾ, ਸਟਾਰਟਿੰਗ ਤੇ ਇਨੀਸ਼ੀਅਲ ਸਟੇਜ 'ਤੇ ਪਤਾ ਚੱਲ ਜਾਂਦਾ ਕਿ ਵੀਜ਼ਾ ਨਿਕਲੂਗਾ ਜਾਂ ਨਹੀਂ ਨਿਕਲੂਗਾ, ਤੇ ਕੋਈ ਪ੍ਰੋਬਲਮ ਨਹੀਂ। ਕੋਈ ਗ੍ਰੈਜੂਏਟ ਆ, ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕੈਨੇਡਾ ਦੀ ਰਿਫਿਊਜ਼ਲ ਆ, +2 ਤੋਂ ਬਾਅਦ ਕੈਨੇਡਾ ਦੀ ਰਿਫਿਊਜ਼ਲ ਆ, ਉਹ ਬਿਲਕੁਲ ਆਪਣਾ ਵੀਜ਼ਾ ਡਾਇਰੈਕਟ PR ਲਈ ਅਪਲਾਈ ਕਰ ਸਕਦੇ ਆ। ਔਰ ਦੂਸਰੀ ਗੱਲ ਇਹ ਮੈਂ ਦੱਸਣਾ ਚਾਹੁੰਦਾ ਕਿ ਸਟੱਡੀ ਦੇ ਵਿੱਚ ਰਿਫਿਊਜ਼ਲ ਆਣੀ ਤੇ ਉਸ ਤੋਂ ਬਾਅਦ ਇੱਕ PR ਕੇਸ ਲਈ ਅਪਲਾਈ ਕਰਨਾ, ਦੋਵੇਂ ਡਿਫਰੈਂਟ ਥਿੰਗਸ ਆ, ਤਾਂ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਜੀ। ਸੌਰੀ ਮੈਂ ਵਿੱਚ ਤੁਹਾਡੀ ਗੱਲ ਕੱਟਤੀ। ਤੇ ਜੇ ਕੋਈ ਆਸਟ੍ਰੇਲੀਆ ਤੋਂ ਰਿਫਿਊਜ਼ ਆ, ਤੁਸੀਂ ਮੈਨੂੰ ਗੱਲ ਪੁੱਛੀ, ਅਮਰੀਕਾ ਤੋਂ ਰਿਫਿਊਜ਼ ਆ, ਕਿਤੋਂ ਵੀ ਰਿਫਿਊਜ਼ ਆ, ਡਜ਼ਨਟ ਮੈਟਰ,
ਯੂਕੇ ਤੋਂ ਰਿਫਿਊਜ਼ ਆ, ਕੋਈ ਪ੍ਰੋਬਲਮ ਨਹੀਂ ਗੀ, ਉਹ ਵੀ ਇਹਦੇ ਵਿੱਚ ਅਪਲਾਈ ਕਰ ਸਕਦਾ। ਸਮਾਂ ਕਿੰਨਾ ਕੁ ਲੱਗ ਜਾਂਦਾ ਹੈ ਇੱਥੇ? ਮਿਨੀਮਮ 10 ਮਹੀਨੇ, ਵੱਧ ਤੋਂ ਵੱਧ 14 ਮਹੀਨੇ ਦਾ ਸਮਾਂ ਇਹਦੇ ਵਿੱਚ ਲੱਗੂਗਾ, ਤੇ ਇਸ ਤੋਂ ਜ਼ਿਆਦਾ ਸਮਾਂ ਇਹਦੇ ਵਿੱਚ ਲੱਗਦਾ ਨਹੀਂਗਾ, ਕਿਉਂਕਿ ਬਹੁਤ ਵਧੀਆ ਪ੍ਰੋਗਰਾਮ ਹੈਗਾ ਤੇ ਇਹਦੇ ਵਿੱਚ ਕੋਈ ਜ਼ਿਆਦਾ ਸਮੇਂ ਦਾ ਕੰਮ ਨਹੀਂ ਹੈਗਾ। ਅਗਰ ਜੇ ਆਪਾਂ ਅਮੂਮਨ ਤੌਰ ਤੇ ਗੱਲ ਕਰ ਲਈਏ ਕਿ ਜੇ ਸਪਾਊਸ ਵੀਜ਼ਾ ਹੈਗਾ, ਉਹਦੇ ਵਿੱਚ ਵੀ ਅੱਜ ਕੱਲ੍ਹ ਥੋੜ੍ਹਾ ਜਿਹਾ ਜਲਦੀ ਆਉਣ ਲੱਗ ਗਿਆ, ਨਹੀਂ ਤਾਂ ਜਨਰਲੀ ਸਾਲ ਡੇਢ ਸਾਲ ਦਾ ਸਮਾਂ ਲੱਗ ਜਾਂਦਾ ਸੀ। ਸਟੱਡੀ ਦੇ ਵਿੱਚ ਵੀ ਕਈ ਕੇਸ ਬਹੁਤ ਜ਼ਿਆਦਾ ਲੰਮਕ ਜਾਂਦੇ, 5-5 6-6 ਮਹੀਨੇ ਆਉਂਦਾ ਹੀ ਨਹੀਂ। ਵਿਜ਼ਟਰ ਵੀਜ਼ਾ ਉਹ 5-5 6-6 ਮਹੀਨੇ ਆਉਂਦਾ ਹੀ ਨਹੀਂ ਕਈ ਵਾਰੀ। ਸੋ ਇਹੋ ਜਿਹੀ ਲੰਬਾ ਸਮਾਂ, ਔਰ ਖਾਸ ਕਰ ਪੀਆਰ ਪ੍ਰੋਗਰਾਮ ਹੈ, ਪੀਆਰ ਦੇ ਅੰਦਰ ਤਾਂ ਥੋੜ੍ਹਾ ਟਾਈਮ ਜ਼ਰੂਰ ਲੱਗਦਾ, ਪਰ ਵੱਧ ਤੋਂ ਵੱਧ ਵੀ ਆਪਾਂ 14 ਕੁ ਮਹੀਨੇ ਨੂੰ ਮੰਨ ਸਕਦੇ ਹਾਂ ਜੀ। ਤੁਸੀਂ ਵੀ ਪੀਆਰ ਦੀ ਗੱਲ ਹੀ ਕਰ ਰਹੇ ਹੋ, ਹੈ ਨਾ। ਜ਼ਿਆਦਾਤਰ ਨੌਜਵਾਨ ਸਟੱਡੀ ਵੀਜ਼ਾ ਨਹੀਂ ਆ ਰਹੇ, ਤੁਸੀਂ ਡਾਇਰੈਕਟ ਪੀਆਰ ਦੀ ਗੱਲ ਕਰ ਰਹੇ ਹੋ। ਪੀਆਰ ਬੱਚਾ ਉਧਰ +2 ਜਿਹਦਾ ਰਿਫਿਊਜ਼ਲ ਆ ਉਹ ਵੀ ਜਾ ਸਕਦਾ ਤੇ ਉਹਦਾ ਵੀ ਪੀਆਰ ਲੱਗ ਸਕਦਾ, ਈਜ਼ੀਲੀ ਹੈ ਹੁਣ? ਡੈਫੀਨੇਟਲੀ ਹੈਗਾ, ਇਹਦੇ ਵਿੱਚ ਕੋਈ ਪੈਸਿਆਂ ਦਾ ਰਿਸਕ ਤਾਂ ਨਹੀਂ ਹੈਗਾ ਨਾ। ਇਹ ਤਾਂ ਹੈ ਨਹੀਂਗਾ ਕਿ ਅਸੀਂ ਕਹੀ ਜਾਂਦੇ ਵੀ ਲਿਆਓ ਸਾਨੂੰ 10 ਲੱਖ ਪਹਿਲਾਂ ਦੇ ਦਿਓ, ਸਾਨੂੰ ਐਂ ਕਰ ਦਿਓ, ਕੋਈ ਉਹ ਚੀਜ਼ ਤਾਂ ਹੈ ਨਹੀਂਗੀ। ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ, ਹਵਾਈ ਗੱਲਾਂ ਨਹੀਂ ਕਰ ਰਿਹਾ। ਜੇ ਕੋਈ ਬੰਦਾ ਮੈਨੂੰ ਪੁੱਛਣ ਆਊਗਾ ਨਾ ਜੀ ਮੈਨੂੰ ਦੱਸੋ ਇਹਦਾ ਤਰੀਕਾ ਕੀ ਹੈ, ਕਿਵੇਂ ਹੈ, ਤਾਂ CIC ਕੈਨੇਡੀਅਨ ਇਮੀਗ੍ਰੇਸ਼ਨ ਦੀ ਵੈਬਸਾਈਟ ਖੋਲ੍ਹ ਕੇ ਸਾਰੀ ਚੀਜ਼ਾਂ ਨੂੰ ਸਾਹਮਣੇ ਸ਼ੋਅ ਕਰ ਸਕਦੇ ਆ। ਕੋਈ ਐਵੇਂ ਹੀ ਨਹੀਂ ਕੋਈ ਅਫਵਾਹ ਫੈਲਾ ਰਿਹਾ ਕਿ ਡਾਇਰੈਕਟ ਪੀਆਰ ਨਹੀਂ ਜਾ ਸਕਦਾ ਜਾਂ ਕੁਝ ਇਹੋ ਜਿਹੀ ਕੋਈ ਗੱਲ ਨਹੀਂ, ਬਿਲਕੁਲ ਡੈਫੀਨੇਟਲੀ ਜਾ ਸਕਦਾ। ਲੋਕਾਂ ਨੂੰ ਪ੍ਰੋਬਲਮ ਇਹ ਹੈ ਕਿ ਜਾਣਕਾਰੀ ਦੀ ਕਮੀ ਹੈ, ਤੇ ਮੈਂ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਇਸ ਲੈਵਲ ਦੀ ਗੱਲ ਸੋਸ਼ਲ ਮੀਡੀਆ ਤੇ ਜਾਂ ਨਿਊਜ਼ ਚੈਨਲ ਤੇ ਕਰ ਰਿਹਾ, ਨਹੀਂ ਤਾਂ ਮੈਂ ਵੀ ਐਵੇਂ ਜਲਦੀ ਕੋਈ ਗੱਲ ਨਹੀਂ ਕਰਦਾ ਹੁਣ। ਕਿਸੇ ਹੋਰ ਦੇਸ਼ ਦੀ ਰਿਫਿਊਜ਼ਲ ਹੋਵੇ ਉਹ ਵੀ ਜਾ ਸਕਦਾ? ਬਿਲਕੁਲ ਜਾ ਸਕਦਾ, ਕਿਸੇ ਵੀ ਕੰਟਰੀ ਦੀ ਰਿਫਿਊਜ਼ਲ ਹੋਵੇ ਡੈਫੀਨੇਟਲੀ ਅਪਲਾਈ ਕਰ ਸਕਦਾ, ਕੋਈ ਇਸ 'ਚ ਪ੍ਰੋਬਲਮ ਨਹੀਂ ਹੈ। ਮੈਰਿਜ ਕਪਲ ਦੀ ਗੱਲ ਆ ਜਾਂਦੀ ਹੈ, ਵਿਆਹਾਂ ਦੀ, ਜਿਹੜੇ ਮਤਲਬ ਗਏ ਹੋਏ ਆ ਜਾਂ ਜਾਣਾ ਚਾਹੁੰਦੇ ਆ, ਜਾ ਸਕਦੇ ਹੋਏ? ਦੇਖੋ, ਜੇ ਮੇਨ ਐਪਲੀਕੈਂਟ ਹੈ ਜਿਹੜਾ, ਉਹਦੇ +2 ਕੀਤੀ ਹੋਈ ਹੈ ਜਾਂ ਗ੍ਰੈਜੂਏਟ ਹੈ, ਪੜ੍ਹਾਈ ਵਿੱਚ ਗੈਪ ਹੈ ਤੇ ਮੈਰਿਡ ਹੈ, ਪਲੱਸ ਜੇ ਉਹਨਾਂ ਦੇ ਬੱਚੇ ਵੀ ਹੈਗੇ ਆ, ਤਾਂ ਉਹਨਾਂ ਦਾ ਵੀ ਜਿਹੜਾ ਇੱਥੋਂ ਵੀਜ਼ਾ ਆਏਗਾ ਉਹ ਪਰਮਾਨੈਂਟ ਰੈਜ਼ੀਡੈਂਸੀ ਦਾ ਹੀ ਆਏਗਾ। ਬਿਲਕੁਲ ਡੈਫੀਨੇਟਲੀ ਜਾ ਸਕਦੇ ਆ, ਕੋਈ ਪ੍ਰੋਬਲਮ ਨਹੀਂ। ਇੱਕ ਆਈਲੈਟਸ ਤੇ PT ਕੋਰਸ ਦੀ ਬੜੀ ਚੱਲ ਰਹੀ ਹੈ, ਇਹਦੇ ਵਿੱਚ ਕੋਈ ਕੋਰਸ ਉਹਨਾਂ ਦੋਨਾਂ 'ਚੋਂ ਜ਼ਰੂਰੀ ਚਾਹੀਦਾ? ਇਹਦੇ ਵਿੱਚ ਆਈਲੈਟਸ ਚਾਹੀਦੀ ਹੈ, ਬਹੁਤ ਇੰਪੋਰਟੈਂਟ ਆ। ਪੀਆਰ ਦੇ ਕੇਸ ਦੇ ਵਿੱਚ ਆਈਲੈਟਸ ਚਾਹੀਦੀ ਹੀ ਚਾਹੀਦੀ ਹੈ, ਪਰ ਇਹ ਹੈ ਕਿ ਇਹਦੇ ਵਿੱਚ ਆਈਲੈਟਸ ਚਾਹੀਦੀ ਹੈ ਜਨਰਲ ਟ੍ਰੇਨਿੰਗ ਦੀ। ਦੋ ਤਰ੍ਹਾਂ ਦੀ ਆਇਲਸ ਹੁੰਦੀ ਆ, ਇੱਕ ਹੁੰਦੀ ਹੈ ਅਕੈਡਮਿਕ ਆਇਲਸ ਜਿਹੜੀ ਕਿ ਸਟੱਡੀ ਵੀਜ਼ਾ ਲਈ ਜ਼ਰੂਰੀ ਆ, ਇੱਕ ਹੁੰਦੀ ਹੈ GT ਦੀ ਆਇਲਸ ਜਨਰਲ ਟ੍ਰੇਨਿੰਗ ਜਿਹੜੀ ਕਿ ਵਰਕ ਪਰਮਿਟ ਤੇ ਪਰਮਾਨੈਂਟ ਰੈਜ਼ੀਡੈਂਸੀ ਜਿਹਨੂੰ ਆਪਾਂ PR ਕਹਿ ਦਿੰਦੇ ਹਾਂ ਸ਼ਾਰਟ ਫਾਰਮ 'ਚ, ਉਹਦੇ ਲਈ ਜ਼ਰੂਰੀ ਹੁੰਦੀ ਹੈ। ਜਨਰਲ ਆਇਲਸ ਦੇ ਵਿੱਚੋਂ ਓਵਰਆਲ 5 ਬੈਂਡ ਚਾਹੀਦੇ ਆ, ਤੇ 5 ਬੈਂਡ ਤਾਂ ਬਾਬਾ ਸਾਹਿਬ ਮੈਂ ਸਮਝਦਾ ਵੀ 8th ਦਾ ਸਟੂਡੈਂਟ 10th ਦਾ ਸਟੂਡੈਂਟ ਵੀ ਬਿਨਾਂ ਪੜ੍ਹੇ ਐਗਜ਼ਾਮ ਦੇ ਦੇਣਾ, ਉਹ 5 ਬੈਂਡ ਤਾਂ ਬੜੀ ਈਜ਼ੀਲੀ ਲੈ ਜਾਂਦਾ, ਤੇ ਕੋਈ ਪ੍ਰੋਬਲਮ। ਉੱਧਰ ਜਾ ਕੇ ਫਿਰ ਜੋ ਬੱਚੇ ਗਏ ਚਲੇ ਆ, ਜੇ ਮੰਨ ਲਓ ਜਾਣਗੇ PR ਤੇ, ਉਹਨਾਂ ਦਾ ਕੰਮ ਦਾ ਕਿਵੇਂ ਹੈ? ਕੰਮ ਵੀ ਦਵਾਉਂਦੇ ਹੋ ਫਿਰ? ਹਾਂਜੀ, ਦੇਖੋ ਜਦੋਂ ਪਰਮਾਨੈਂਟ ਰੈਜ਼ੀਡੈਂਸੀ ਹੋ ਗਈ, ਪਹਿਲੀ ਗੱਲ ਤਾਂ ਉਹ ਖੁਦ ਕਿਤੇ ਜਿੱਥੇ ਮਰਜ਼ੀ ਕੰਮ ਕਰ ਸਕਦਾ, ਉਹਨੂੰ ਕੋਈ ਪ੍ਰੋਬਲਮ ਨਹੀਂ। ਦੂਸਰੀ ਗੱਲ ਇਹ ਹੈ ਕਿ ਜਿਹੜਾ EMPLOYER ਆ ਉਹ ਕੰਮ ਦੇਗਾ, $17 ਘੰਟੇ ਦਾ ਕੰਮ ਦੇਗਾ, 에ਅਰਪੋਰਟ ਤੋਂ ਪਿਕ ਕਰੇਗਾ, ਅਕਮੋਡੇਸ਼ਨ ਦਿਖਾ ਦੇਗਾ, ਬੰਦਾ ਆਪਣੀ ਚੋਇਸ ਆ, ਜੇ ਉੱਥੇ ਰਹਿਣਾ ਚਾਹੇ ਰਹਿ ਸਕਦਾ। ਤੇ ਇੱਕ ਹੋਰ ਗੱਲ ਹੈ, ਆਇਲਸ ਦੀ ਗੱਲ ਤੁਸੀਂ ਕੀਤੀ ਸੀਗੀ, ਆਇਲਸ ਦੇ ਵਿੱਚ ਜਿਹੜਾ ਮੇਨ ਐਪਲੀਕੈਂਟ ਆ ਇਕੱਲੇ ਉਹਨੂੰ ਹੀ ਆਇਲਸ ਕਰਨ ਦੀ ਜ਼ਰੂਰਤ ਹੈ। ਜੇ ਮੰਨ ਲਓ ਹਸਬੈਂਡ ਵਾਈਫ ਹੈ ਤਾਂ ਉਹਨਾਂ ਵਿੱਚੋਂ ਜਿਹੜਾ ਵੀ ਮੇਨ ਐਪਲੀਕੈਂਟ ਹੋਏਗਾ, ਇੱਕ ਜਣੇ ਨੇ ਆਇਲਸ ਕਰਨੀ ਆ, ਵੀਜ਼ਾ ਸਾਰਿਆਂ ਦਾ ਹੀ PR ਦਾ ਹੋਊਗਾ। ਜੇ ਬੱਚੇ ਵੀ ਉਹਨਾਂ ਦਾ ਵੀ, ਜੇ ਬੱਚੇ ਨਹੀਂ ਵੀ ਹੈਗੇ ਤਾਂ ਦੋਨਾਂ ਦਾ PR ਦਾ ਵੀਜ਼ਾ ਹੀ ਹੋਏਗਾ। ਤੇ ਖਰਚਾ ਕਾਫੀ ਆ ਜਾਂਦਾ ਹੋਣਾ ਫਿਰ ਤਾਂ ਇੱਥੇ? ਦੇਖੋ, ਕੇਸ ਟੂ ਕੇਸ ਡਿਪੈਂਡ ਕਰਦਾ ਹੈ, ਤੇ ਖਰਚਾ ਓਬਵੀਅਸਲੀ ਠੀਕ ਆ। ਜੇ ਸਟੱਡੀ ਵੀਜ਼ੇ ਤੇ ਵੀ ਲੋਕ 20-20 ਲੱਖ ਰੁਪਈਆ ਲਾਉਂਦੇ ਆ, ਤਾਂ ਓਬਵੀਅਸਲੀ ਇਹ ਵੀ ਕੋਈ ਇਹ ਤਾਂ ਹੈ ਨਹੀਂਗਾ ਕਿ ਵੀ 5-7 ਲੱਖ 'ਚ PR ਹੋ ਜਾਊਗਾ। ਸੋ ਇਹ ਹੈ ਕਿ ਇਹਦੇ ਬਾਰੇ ਕੇਸ ਟੂ ਕੇਸ ਡਿਪੈਂਡ ਕਰਦਾ। ਜਦੋਂ ਕੋਈ ਪਰਸਨ ਆਏਗਾ, ਉਹਦੀ ਡਾਕੂਮੈਂਟਸ ਦੇਖ ਲਾਂਗੇ, ਉਹਦੀ ਅਸੈਸਮੈਂਟ ਕਰ ਲਾਂਗੇ। ਇਹ ਨਹੀਂਗਾ ਕਿ ਮੈਂ ਕਿਸੇ ਨੂੰ ਜਾ ਕੇ ਚੰਡੀਗੜ੍ਹ ਜਾ ਕੇ ਪੁੱਛ ਕੇ ਆਉਣਾ, ਦਿੱਲੀ ਜਾ ਕੇ ਪੁੱਛ ਕੇ ਆਉਣਾ। ਸਾਰੀਆਂ ਗੱਲਾਂ ਦੇ ਜਵਾਬ ਮੇਰੇ ਕੋਲ ਹੀ ਹੁੰਦੇ ਆ, ਤੇ ਮੈਂ ਕਿਸੇ ਦਾ ਸਮਾਂ ਖਰਾਬ ਨਹੀਂ ਕਰਦਾ। ਜੇ ਕੋਈ ਆਊਗਾ ਪਰਸਨ, ਮੈਂ ਨਾਲ ਦੀ ਨਾਲ ਵਿਦਿਨ 5 ਮਿੰਟਸ ਉਹਦੀ ਪ੍ਰੋਫਾਈਲ ਵੇਖ ਕੇ ਉਹਨੂੰ ਦੱਸ ਦੂੰਗਾ ਵੀ ਤੁਹਾਡਾ ਕੰਮ ਹੋ ਸਕਦਾ ਜਾਂ ਨਹੀਂ ਹੋ ਸਕਦਾ। ਇਹਦੀ ਪੇਮੈਂਟ ਦਾ ਕਿਵੇਂ ਹੋਊਗਾ ਜੀ? ਇਹ ਵੀ ਆਫਟਰ ਵੀਜ਼ਾ ਹੀ ਹੈ? ਪੇਮੈਂਟ ਆਫਟਰ ਵੀਜ਼ਾ ਜੀ। ਪੇਮੈਂਟ ਐਵੇਂ ਆ ਕਿ ਕੁਝ ਇਨੀਸ਼ੀਅਲ ਡਿਪੋਜ਼ਿਟਸ ਹੁੰਦੇ ਆ। ਜੇ ਕੋਈ ਬੰਦਾ ਇਨੀਸ਼ੀਅਲ ਡਿਪੋਜ਼ਿਟ ਦਊਗਾ ਤਾਂ ਉਹਦੇ ਨਾਲ ਐਗਰੀਮੈਂਟ ਹੋਏਗਾ ਪ੍ਰੋਪਰ, ਕੋਈ ਉਹੋ ਜਿਹੀ ਗੱਲ ਨਹੀਂ ਗੀ। ਇਨ ਕੇਸ ਕਿਉਂਕਿ ਇਹ ਨਾ ਪ੍ਰੋਸੈਸ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਔਨ ਆ ਹਾਇਰ ਸਾਈਡ ਲੰਬੇ ਤੋਂ ਲੰਬਾ ਸਮਾਂ ਵੀ 14 ਕੁ ਮਹੀਨਿਆਂ ਦਾ ਸਮਾਂ ਇਹਨੂੰ ਲੱਗਦਾ। ਜਦੋਂ ਕੋਈ ਇਹਦੀ ਨਾ ਕਨਫਰਮੇਸ਼ਨ ਹੋ ਜਾਂਦੀ ਹੈ ਕਿ ਵੀਜ਼ਾ ਆਊਗਾ ਜਾਂ ਨਹੀਂ ਆ ਰਿਹਾ, ਤਾਂ ਉਹ ਨਾ 3 ਕੁ ਮਹੀਨਿਆਂ ਦੇ ਅੰਦਰ ਅੰਦਰ ਪਤਾ ਚੱਲ ਜਾਂਦਾ ਕਿਸੇ ਬੰਦੇ ਦਾ। ਜੇ ਸਾਨੂੰ ਕੋਈ ਐਡਵਾਂਸ ਆਇਆ ਹੋਇਆ, ਕਿਉਂਕਿ ਦੇਖੋ ਕਿਸੇ ਇਸ ਕੇਸ ਨੂੰ ਚਲਾਉਣ ਲਈ ਸਾਨੂੰ ਐਮਬੈਸੀ ਦੀ ਫੀਸਾਂ ਵੀ ਭਰਨੀਆਂ ਪੈਣਗੀਆਂ। ਕੱਲ੍ਹ ਨੂੰ ਅਸੀਂ ਜੇ ਕਿਸੇ ਤੋਂ ਕੁਝ ਵੀ ਨਹੀਂ ਲੈਂਦੇ ਤਾਂ ਕਈ ਵਾਰੀ ਐਂ ਹੋ ਜਾਂਦਾ, ਅਗਲਾ ਕਹਿੰਦਾ ਵੀ ਮੈਂ ਤਾਂ ਕੁਝ ਦਿੱਤਾ ਨਹੀਂ ਸੀਗਾ, ਤੇ ਸਾਡਾ ਉਸ 'ਚ ਨੁਕਸਾਨ ਹੋਣ ਦਾ ਬਹੁਤ ਖਤਰਾ ਵੀ ਅਗਲਾ ਕਹੇ ਮੈਂ ਤਾਂ ਕਰਾਉਣਾ ਨਹੀਂ ਕੰਮ। ਇਸ ਕਰਕੇ ਕੁਛ ਨਾ ਕੁਛ ਐਡਵਾਂਸ ਲਵਾਂਗੇ, ਥੋੜ੍ਹੀ ਜਿਹੀ ਰਕਮ ਜਿੰਨੀ ਕੁ ਐਮਬੈਸੀ ਫੀਸਾਂ ਹੁੰਦੀਆਂ, ਤੇ ਬਾਕੀ ਦੀ ਸਾਰੀ ਪੇਮੈਂਟ ਜਦੋਂ ਪਾਸਪੋਰਟ ਰਿਕੁਐਸਟ ਆ ਜਾਏਗੀ ਉਦੋਂ ਲਵਾਂਗੇ।
ਕਿਉਂਕਿ ਉਨੀ ਕੁ ਰਕਮ ਤਾਂ ਬਣਦੀ ਵੀ ਹੈ ਨਾ, ਜੇ ਕਿਉਂਕਿ ਲੰਮਾ ਪ੍ਰੋਸੈਸ ਹੈ, ਇੱਕ 15-16 ਮਹੀਨੇ ਦਾ ਪ੍ਰੋਸੈਸ ਹੈ ਇਹ, ਹਨਾ। ਨਹੀਂ ਤਾਂ ਅਗਲਾ ਵਿਚਾਲੋਂ ਤੋਂ ਇੱਕ ਹੋਰ ਏਜੰਟ ਵੀ ਕਹਿਣ ਲੱਗ ਜਾਂਦੇ ਵੀ ਬਹੁਤ ਟਾਈਮ ਹੋ ਗਿਆ, ਹੁਣ ਤਾਂ ਲੋੜ ਵੀ ਨਹੀਂ। ਬਿਲਕੁਲ ਬਿਲਕੁਲ, ਬਹੁਤ ਇਹਦੇ ਵਿੱਚ ਕਈ ਵਾਰੀ ਐ ਹੋ ਜਾਂਦਾ, ਅਗਲਾ ਕਹਿੰਦਾ ਵੀ ਮੇਰੀ ਬਾਇਓਮੈਟ੍ਰਿਕ ਹੋ ਗਈ ਤਾਂ ਮੇਰਾ ਹਜੇ ਅੱਗੇ ਮੈਡੀਕਲ ਨਹੀਂ ਆਇਆ ਜਾਂ ਕੁਝ ਨਹੀਂ ਆਏਗਾ। ਪਰ ਖਾਸ ਗੱਲ ਇਹ ਹੈ ਬਾਂਬਾ ਸਾਹਿਬ ਕਿ ਇਹ ਜਿਹੜਾ ਪ੍ਰੋਗਰਾਮ ਹੈ, ਪਰਟੀਕੂਲਰਲੀ ਜਿਸ ਪ੍ਰੋਗਰਾਮ ਦੀ ਮੈਂ ਗੱਲ ਕਰ ਰਿਹਾ PR ਵਾਲੀ, ਇਹ ਬਹੁਤ ਹੀ ਵਧੀਆ ਪ੍ਰੋਗਰਾਮ ਹੈ। ਇਹਦੇ ਵਿੱਚ ਨਾ ਕੇਸ ਲਟਕਦਾ ਨਹੀਂਗਾ। ਕਿ ਰੀਜ਼ਨ ਇਹ ਹੈ ਕਿ ਉੱਥੇ ਜਿਸ ਪ੍ਰੋਵਿੰਸ ਦੇ ਅੰਦਰ ਅਸੀਂ ਇਹ ਭੇਜ ਰਹੇ ਹਾਂ ਡਾਇਰੈਕਟ PR ਦੇ ਉੱਪਰ, ਉੱਥੇ ਕੰਮ ਕਰਨ ਵਾਲੇ ਲੋਕਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅਤੇ ਕੈਨੇਡੀਅਨ ਅੰਬੈਸੀ, ਫੈਡਰਲ ਗਵਰਨਮੈਂਟ ਬਹੁਤ ਜਲਦੀ ਚਾਹੁੰਦੀ ਹੈ ਕਿ ਉਹਨਾਂ ਕੋਲ ਵੱਧ ਤੋਂ ਵੱਧ ਕੈਂਡੀਡੇਟ ਆ ਕੇ ਉਹਨਾਂ ਦੀ ਜਿਹੜੀ ਰਿਕੁਆਇਰਮੈਂਟਸ ਆ ਉਹ ਫੁੱਲਫਿਲ ਕਰ ਦੇਣ। ਜੋ ਬੱਚੇ ਇੱਧਰੋਂ ਗਏ ਹੋਏ, ਤੁਸੀਂ ਜਾ ਕੇ ਆਏ ਹੋ, ਮਿਲ ਕੇ ਵੀ ਆਏ ਹੋ ਉਹਨਾਂ ਬੱਚਿਆਂ ਨੂੰ ਕੈਨੇਡਾ ਦੇ ਵਿੱਚ, ਹੈ ਨਾ, ਕਿਹੋ ਜਿਹੇ ਹਾਲਾਤ ਹੈ? ਕਿਉਂਕਿ ਇੱਧਰ ਡਰਾਇਆ ਬਹੁਤ ਜਾ ਰਿਹਾ, ਉਹਨਾਂ ਬੱਚਿਆਂ ਨੂੰ ਵੀ ਕੰਮ ਨਹੀਂ ਮਿਲ ਰਿਹਾ ਜਾਂ ਕੁਛ, ਮਤਲਬ ਜ਼ਿਆਦਾਤਰ ਤਾਂ ਹੁਣ ਆਪਾਂ ਵੈਸੇ ਗੱਲ ਕਰ ਲਈਏ, ਗੈਂਗਸਟਰਵਾਦ ਕਲਚਰ ਬਹੁਤ ਚੱਲ ਪਿਆ ਉੱਥੇ, ਡਰਾਇਆ ਇਹਨਾਂ ਚੀਜ਼ਾਂ ਕਰਕੇ ਹਊਆ ਬਣਾਇਆ ਜਾ ਰਿਹਾ। ਦੇਖੋ ਜੀ, ਕੰਮ ਤਾਂ ਮਿਲ ਜਾਂਦਾ, ਇਹੋ ਜਿਹੀ ਗੱਲ ਨਹੀਂ ਗੀ। ਜੇ ਕੋਈ ਗ੍ਰੈਜੂਏਟ ਆ ਜਾਂ ਕੋਈ +2 ਆ, ਉਹਨੂੰ ਸਮਾਂ ਦੀ ਮੈਂ ਇਹ ਸੋਚਦਾ ਵੀ ਆਪਣੇ ਇੱਥੇ ਕੰਮ ਨਹੀਂ ਮਿਲਦਾ ਗਾ। ਅਤੇ ਜਿਵੇਂ ਆਇਲਸ ਇੰਸਟੀਟਿਊਟਸ ਆ, PT ਇੰਸਟੀਟਿਊਟਸ ਆ, ਸਭ ਤੋਂ ਵੱਧ ਰੋਜ਼ਗਾਰ ਇਹਨਾਂ ਨੇ +2 ਵਾਲੇ ਸਟੂਡੈਂਟਸ ਜਾਂ ਗ੍ਰੈਜੂਏਟਸ ਨੂੰ ਸਭ ਤੋਂ ਵੱਧ ਰੋਜ਼ਗਾਰ ਦਿੱਤਾ। ਪਰ ਜੇ ਔਨ ਐਂਡ ਐਵਰੇਜ ਦੇਖਿਆ ਜਾਵੇ ਤਾਂ ਅਸੀਂ ਵੀ ਸੈਲਰੀ ਕਿੰਨੀ ਕੁ ਦੇ ਦਿੰਦੇ ਹਾਂ? ਵੱਧ ਤੋਂ ਵੱਧ ਕਿਸੇ ਨੂੰ 8,000 ਦੇ ਦਾਂਗੇ, 10 ਦੇ ਦਾਂਗੇ, 15 ਦੇ ਦਾਂਗੇ, 20 ਦੇ ਦਾਂਗੇ, ਇਸ ਤੋਂ ਉੱਪਰ ਤਾਂ ਕੋਈ ਸੈਲਰੀ ਨਹੀਂ ਮਿਲਦੀ। ਅਤੇ ਕੈਨੇਡਾ ਦੇ ਅੰਦਰ ਜੇ ਕੋਈ ਜਾਊਗਾ ਤਾਂ ਉਹ ਮਹੀਨੇ ਦਾ 10-20 ਹਜ਼ਾਰ ਤਾਂ ਨਹੀਂ ਬੈਠਾ ਨਾ। ਕੰਮ ਮਿਲਦਾ, ਕੰਮ ਕਰਨ ਵਾਲੇ ਬੰਦਿਆਂ ਦੀ ਬਹੁਤ ਜ਼ਰੂਰਤ ਆ ਉੱਥੇ, ਈਜ਼ੀਲੀ ਕੰਮ ਮਿਲ ਜਾਂਦਾ। ਹਾਂਜੀ, ਕਈ ਵਾਰੀ ਕੋਈ ਪ੍ਰੋਬਲਮਸ ਆ ਜਾਂਦੀ ਹੈ, ਕੋਈ ਇਹੋ ਜਿਹੇ ਰੀਜਨ 'ਚ ਰਹਿ ਰਿਹਾ ਉਹਨੂੰ ਕੰਮ ਨਹੀਂ ਮਿਲ ਰਿਹਾ, ਉਹ ਇੱਕ ਸੈਕੰਡਰੀ ਗੱਲ ਹੋ ਸਕਦੀ ਆ। ਅਤੇ ਬਾਕੀ ਕੋਈ ਇਹੋ ਜਿਹਾ ਨਹੀਂ, ਖੁਸ਼ਨੁਮਾ ਮਾਹੌਲ ਹੈ ਜੀ, ਕੋਈ ਇਹੋ ਜਿਹੀ ਗੱਲ ਨਹੀਂ। ਕਿ ਕੈਨੇਡਾ ਹਮੇਸ਼ਾ ਤੋਂ ਹੀ ਸਟੂਡੈਂਟਸ ਦੀਆਂ ਜਾਂ ਇਮੀਗ੍ਰੈਂਟਸ ਦੀਆਂ, ਜਿਨ੍ਹਾਂ ਨੇ ਬਾਹਰ ਜਾਣਾ ਤਾਂ ਉਹਨਾਂ ਜੇ ਕੰਟਰੀ ਦੀ ਲਿਸਟ ਬਣਾ ਲਈ ਤਾਂ ਸਭ ਤੋਂ ਨੰਬਰ 1 'ਤੇ ਕੈਨੇਡਾ ਆਉਂਦਾ। ਅਤੇ ਕੋਈ ਇਹੋ ਜਿਹੀ ਗੱਲ ਨਹੀਂ ਕਿ ਬਹੁਤ ਅੱਛਾ ਸਿਸਟਮ ਆ ਉੱਥੇ, ਕੋਈ ਪ੍ਰੋਬਲਮ ਨਹੀਂ ਆਉਂਦੀ, ਕਿ ਸਭ ਬਹੁਤ ਵਧੀਆ ਹੈ ਮਾਹੌਲ, ਕੋਈ ਇਹੋ ਜਿਹੀ ਇਸ਼ੂ ਵਾਲੀ ਕੋਈ ਗੱਲ ਨਹੀਂ, ਕੰਮ ਵੀ ਮਿਲ ਜਾਂਦਾ। ਜੈਨ ਸਾਹਿਬ, ਨਵਾਂ ਲੈ ਕੇ ਆਏ ਹੋ ਤੁਸੀਂ PR ਦੇ ਵਿੱਚ, ਵੀਵਰਸ ਜੋ ਦੇਖ ਰਹੇ ਆ, ਜੋ ਨੌਜਵਾਨ +2 ਪਾਸ ਹੋਣ ਵਾਲੇ ਹੈ, ਕੀ ਉਹਨਾਂ ਨੂੰ ਸੁਨੇਹਾ ਦੇਣਾ ਚਾਹੋਗੇ? PR ਦੇ ਵਿੱਚ ਡਾਇਰੈਕਟ ਹੀ ਅਪਲਾਈ ਕਰ ਸਕਦੇ ਆ ਹੁਣ, ਮਤਲਬ ਉਹ ਸਟੱਡੀ ਵੀਜ਼ੇ ਨੂੰ ਛੱਡ ਕੇ ਜੇ ਡਾਇਰੈਕਟ ਕਰ ਲੈਣ ਤਾਂ ਉਹ ਬੈਟਰ ਰਹੂਗਾ? ਨਹੀਂ, ਇੱਕ ਗੱਲ ਮੈਂ ਇਹਦੇ ਵਿੱਚ ਕਲੀਅਰ ਕਰ ਦੇਣਾ ਹੈਗਾ ਕਿ ਐਜੂਕੇਸ਼ਨ ਦੇ ਅੰਦਰ ਵੈਸੇ ਆਪਾਂ ਕਹਿੰਦੇ ਕਿ ਗੈਪ ਨਹੀਂ ਹੋਣਾ ਚਾਹੀਦਾ ਹੈਗਾ, ਪਰ ਜਿਹੜੇ ਸਟੂਡੈਂਟ ਫਰੈਸ਼ ਸਟੂਡੈਂਟ ਆ ਉਹ ਇਹਦੇ ਵਿੱਚ ਅਪਲਾਈ ਨਹੀਂ ਕਰ ਸਕਦੇ। ਇਹਦੇ ਵਿੱਚ ਮਿਨੀਮਮ ਤੁਹਾਡਾ ਗੈਪ ਚਾਹੀਦਾ 1 ਸਾਲ ਦਾ। 1 ਸਾਲ ਦਾ ਗੈਪ ਹੋਣਾ +2 ਤੋਂ ਬਾਅਦ ਜ਼ਰੂਰੀ ਹੈ। ਜੇ ਕੋਈ 5-7 ਸਾਲ ਦਾ ਗੈਪ, 8 ਸਾਲ ਦਾ ਗੈਪ ਹੈ, 10 ਸਾਲ ਦਾ ਵੀ ਗੈਪ ਹੈ, ਮੈਂ ਤੁਹਾਨੂੰ ਮੋਟੀ ਗੱਲ ਸਮਝਾਦਾ, ਜੇ ਤੁਹਾਡੀ ਉਮਰ 40 ਸਾਲ ਤੋਂ ਘੱਟ ਹੈ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਸਕਦੇ ਹੋ। ਚਾਹੇ ਤੁਸੀਂ ਗ੍ਰੈਜੂਏਟ ਹੋ, ਚਾਹੇ ਤੁਸੀਂ +2 ਕੀਤੀ ਹੋਈ ਆ, ਤੁਸੀਂ ਆਇਲਸ ਕਰਨੀ ਆ, ਓਵਰਆਲ 5 ਬੈਂਡ ਲੈਣੇ ਆ, ਜਿਹੜੇ ਕਿ ਬਹੁਤ ਆਸਾਨ ਕੰਮ ਹੈ। ਉਸ ਤੋਂ ਬਾਅਦ ਤੁਸੀਂ ਇਸ ਪ੍ਰੋਗਰਾਮ ਲਈ ਬਿਲਕੁਲ ਕਲੀਅਰਲੀ ਐਲੀਜੀਬਲ ਹੋ, ਕੋਈ ਤੁਹਾਨੂੰ ਸਮੱਸਿਆ ਨਹੀਂ ਆਏਗੀ ਇਹਦੇ ਵਿੱਚ। ਇਹ ਜਿਹੜੇ ਆਈਲੈਟ ਸੈਂਟਰ ਹੈ ਪੰਜਾਬ ਦੇ ਵਿੱਚ ਜਾਂ ਇਮੀਗ੍ਰੇਸ਼ਨ ਸੈਂਟਰ ਹੈ, ਹੈ ਨਾ, ਉਹ ਕੋਈ ਜੁੜ ਸਕਦਾ? ਕੋਈ ਮਾਲਵੇ, ਦੁਆਬੇ, ਮਾਝੇ ਚੋਂ ਕਿਤੋਂ ਵੀ ਤੁਹਾਡੇ ਨਾਲ ਕੋਈ ਜੁੜ ਸਕਦਾ ਕਿ ਕੋਈ ਇਹਦੇ 'ਚ ਹੈਗਾ ਕੁਛ? ਦੇਖੋ ਜੀ, ਪਰਟੀਕੂਲਰਲੀ ਇਸ ਕੇਸ ਦੇ ਰਿਗਾਰਡਿੰਗ ਜੇ ਕੋਈ ਹੋਰ ਵੀ ਇਹੀ ਬਿਜ਼ਨਸ ਕਰ ਰਿਹਾ ਹੈਗਾ, ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ, ਉਹ ਜ਼ਰੂਰ ਸਾਡੇ ਨਾਲ ਜੁੜ ਸਕਦਾ, ਸਾਡੇ ਤੋਂ ਜਾਣਕਾਰੀ ਲੈ ਸਕਦਾ, ਅੱਗੇ ਹੋਰ ਜਾਣਕਾਰੀ ਦੇ ਸਕਦਾ, ਆਪਣੇ ਵੱਲੋਂ ਸਟੂਡੈਂਟ ਫੈਚ ਕਰ ਸਕਦਾ। ਇਸ ਤੋਂ ਪਹਿਲਾਂ ਵੀ ਅਸੀਂ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਦੇ ਅੰਦਰ, ਕੈਨੇਡਾ ਦੇ ਸਟੱਡੀ ਵੀਜ਼ਾ ਦੇ ਅੰਦਰ, UK ਦੇ ਸਟੱਡੀ ਵੀਜ਼ਾ ਦੇ ਅੰਦਰ ਬਹੁਤ ਸਬ ਏਜੰਟਸ ਨਾਲ ਕੰਮ ਕਰ ਰਹੇ ਹਾਂ, ਜਿਹੜੇ ਸਾਨੂੰ ਆਪਣੀ ਫਾਈਲਾਂ ਦਿੰਦੇ ਆ, ਅਤੇ ਬਿਲਕੁਲ ਜੁੜ ਸਕਦੇ, ਕੋਈ ਪਰੇਸ਼ਾਨੀ ਨਹੀਂ। ਹੋਰ ਕੁਝ ਦੱਸਣਾ ਚਾਹੁੰਦੇ ਹੋ ਇਸ ਕੇਸ ਬਾਰੇ? ਕਿਉਂਕਿ ਇਹਦੇ ਵਿੱਚ ਇਹ ਵੀ ਆ ਜਾਂਦਾ ਵੀ ਜਿਹੜੇ ਮਤਲਬ ਕਿਸੇ ਦੇ ਕੋਈ ਡਰੱਗਸ ਕੇਸ ਹੈ ਜਾਂ FIR ਵਗੈਰਾ ਹੈ ਜਾਂ ਕੁਛ ਉਸ ਤਰ੍ਹਾਂ ਦਾ ਹੈਗਾ, ਉਹ ਕੁਛ ਹੈਗਾ? ਬਿਲਕੁਲ ਹੈਗਾ ਜੀ। ਇਹ ਕਿਉਂਕਿ PR ਕੇਸ ਹੈ, ਇਹ ਪਰਮਾਨੈਂਟ ਰੈਜ਼ੀਡੈਂਸੀ ਦਾ ਕੇਸ ਹੈ, ਇਹਦੇ ਵਿੱਚ ਪੁਲਿਸ ਵੈਰੀਫਿਕੇਸ਼ਨ ਹੋਣੀ ਹੈ, ਜਿਹੜੀ ਕਿ ਜ਼ਰੂਰੀ ਹੈ। SSP ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੋਏਗੀ, ਕਿਸੇ ਬੰਦੇ 'ਤੇ ਕੋਈ ਪਰਚਾ ਨਾ ਹੋਵੇ, ਮੈਡੀਕਲੀ ਪਰਸਨ ਅਨਫਿਟ ਨਾ ਹੋਵੇ, ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਨਾ ਹੋਵੇ, ਜਿਹਨੂੰ ਕਹਿ ਦਿਓ ਕਿਸੇ ਨੂੰ ਕੋਈ ਕੈਂਸਰ ਨਾ ਹੋਵੇ ਜਾਂ ਕੁਛ ਨਾ ਹੋਵੇ, ਅਤੇ ਖਾਸ ਗੱਲ ਇਹ ਹੈ ਕੋਈ ਹਾਰਡਕੋਰ ਡਰੱਗ ਨਾ ਕਰਦਾ ਹੋਵੇ। ਹਾਰਡਕੋਰ ਡਰੱਗਸ ਤਾਂ ਤੁਸੀਂ ਮੇਰੀ ਗੱਲ ਸਮਝ ਹੀ ਗਏ ਹੋ, ਕੋਈ ਚੱਟਾ ਹੋ ਗਿਆ, ਕੋਈ ਇਹੋ ਜਿਹੀ ਡਰੱਗ ਨਾ ਕਰਦਾ ਹੋਵੇ। ਬਾਕੀ ਹੋਰ ਤਰੀਕੇ ਦੇ ਸਭ ਕੋਈ ਇਹੋ ਜਿਹੀ ਗੱਲ ਨਹੀਂ ਗੀ, ਸਭ ਚੱਲ ਜਾਏਗਾ। ਬਾਕੀ ਕੋਈ ਲਾਈਫ ਥ੍ਰੈਟਨਿੰਗ ਇਹੋ ਜਿਹਾ ਕੰਮ ਨਾ ਕਰਦਾ ਹੋਵੇ ਜਿਹਦੇ ਨਾਲ ਉਹ ਮੈਡੀਕਲੀ ਅਨਫਿਟ ਕਰਾਰ ਦੇ ਦਿੱਤਾ ਜਾਵੇ। ਇਹ ਸੀ ਨਵਨੀਤ ਜੈਨ ਜੀ, ਜਿਨ੍ਹਾਂ ਨੇ ਖੁੱਲ੍ਹ ਕੇ ਦੱਸਿਆ ਵੀ ਜੇ ਬੱਚੇ ਬਾਹਰ ਜਾਣਾ ਚਾਹੁੰਦੇ ਤਾਂ PR ਉਹਨਾਂ ਲਈ ਇੱਕ ਬਹੁਤ ਵਧੀਆ ਵਿਕਲਪ ਹੈਗਾ।